ਸਾਹਿਬ ਕੀ ਲੋੜ ਪੈ ਗਈ ਜਿਹੜਾ ਬਜਟ ਪੇਸ਼ ਕੀਤਾ ਉਸ ਦੇ ਵਾਸਤੇ ਕਵਿਤਾ ਲਿਖਣ ਦੀ, ਇੰਨੀ ਮਿਹਨਤ ਕਵਿਤਾ ਦੇ ਉੱਤੇ ਕਰਨ ਦੀ? ਜਿਹੜੇ ਸਾਡੇ ਵਿੱਤ ਮੰਤਰੀ ਸਾਹਿਬ ਨੇ ਉਹ ਬੜੇ ਸਾਹਿਤਕ ਸੁਭਾਅ ਦੇ ਨੇ। ਉਹ ਸ਼ੇਅਰ ਜਿਹੜੇ ਦੂਜੇ ਹੁੰਦੇ ਨੇ ਇਕਨੋਮਿਕਸ ਨਾਲ ਜੁੜੇ ਹੋਏ ਫਾਈਨੈਂਸ਼ੀਅਲ ਸ਼ੇਅਰਸ ਹੁੰਦੇ ਉਹਨਾਂ ਦੀ ਨੌਲੇਜ ਘੱਟ, ਤੇ ਆਹ ਜਿਹੜੇ ਸ਼ੇਅਰ ਹੁੰਦੇ ਨੇ ਇਹਨਾਂ 'ਚ ਇੰਟਰਸਟ ਜ਼ਿਆਦਾ ਰੱਖਦੇ ਆ। ਇਹ ਕਿ ਰਾਵੀ ਵਿੱਚੋਂ ਨਿਕਲੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਇੱਕ ਵਗੇ ਹੀ ਨਾ। ਜਿਹੜੀ ਵਗੇ ਹੀ ਨਾ ਉਹਦੇ ਵਿੱਚ ਨਹਾਵਣ ਤਿੰਨ ਬੰਦੇ, ਦੋ ਡੁੱਬ ਗਏ ਇੱਕ ਲੱਭੇ ਹੀ ਨਾ। ਜਿਹੜਾ ਲੱਭੇ ਹੀ ਨਾ ਉਹਨੇ ਖਰੀਦੀਆਂ ਤਿੰਨ ਗਾਵਾਂ, ਦੋ ਫੰਡਰ ਇੱਕ ਸੂਏ ਹੀ ਨਾ। ਜਿਹੜੀ ਸੂਈ ਨਾ ਉਹਨੇ ਦਿੱਤੇ ਤਿੰਨ ਬੱਚੇ, ਦੋ ਲੰਗੜੇ ਇੱਕ ਉੱਠੇ ਹੀ ਨਾ। ਜਿਹੜਾ ਉੱਠੇ ਹੀ ਨਾ ਉਹਨੂੰ ਖਰੀਦਿਆ 3 ਰੁਪਇਆਂ 'ਚ। 3 ਰੁਪਇਆਂ 'ਚ ਦੋ ਖੋਟੇ ਇੱਕ ਚੱਲੇ ਹੀ ਨਾ। ਜਿਹੜਾ ਚੱਲੇ ਹੀ ਨਾ ਉਹਨੂੰ ਵੇਖਣ ਆਏ ਤਿੰਨ ਬੰਦੇ, ਦੋ ਅੰਨੇ ਇੱਕ ਨੂੰ ਦਿਖੇ ਹੀ ਨਾ। ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ ਕੀਤੇ 5 ਬਜਟ, 4 ਝੂਠੇ 5ਵਾਂ ਲੱਭੇ ਹੀ ਨਾ। ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਇਜਲਾਸ ਦੀ ਕਾਰਵਾਈ ਸਮਾਪਤ ਹੋ ਚੁੱਕੀ ਹੈ। ਹਾਲਾਂਕਿ ਜਦੋਂ ਬਜਟ ਪੇਸ਼ ਕੀਤਾ ਜਾਣਾ ਸੀਗਾ ਤਾਂ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਇਸ ਬਜਟ ਦੇ ਵਿੱਚੋਂ ਹੋਰ ਕੁਝ ਤਾਂ ਮਿਲੂਗਾ ਨਾ ਮਿਲੂਗਾ, ਪਰ ਸ਼ਾਇਰੀ ਜ਼ਰੂਰ ਮਿਲੂਗੀ। ਤਾਂ ਅੱਜ ਉਸੀ ਪੇਸ਼ ਕੀਤੇ ਹੋਏ ਬਜਟ ਦਾ ਜਵਾਬ ਜਿਹੜਾ ਹੈਗਾ ਅਕਾਲੀ ਦਲ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਦਿੱਤਾ ਹੈ। ਹਰਿੰਦਰਪਾਲ ਸਿੰਘ ਚੱਦੂ ਮਾਜਰਾ ਸਾਡੇ ਨਾਲ ਮੌਜੂਦ ਨੇ, ਖਾਸ ਤੌਰ ਦੇ ਉੱਤੇ ਕਵਿਤਾ ਲਿਖ ਕੇ ਲੈ ਕੇ ਆਏ ਨੇ। ਚੱਦੂ ਮਾਜਰਾ ਸਾਹਿਬ ਕੀ ਲੋੜ ਪੈ ਗਈ ਜਿਹੜਾ ਬਜਟ ਪੇਸ਼ ਕੀਤਾ ਉਸ ਦੇ ਵਾਸਤੇ ਕਵਿਤਾ ਲਿਖਣ ਦੀ, ਇੰਨੀ ਮਿਹਨਤ ਕਵਿਤਾ ਦੇ ਉੱਤੇ ਕਰਨ ਦੀ? ਦੇਖੋ, ਕਿਉਂਕਿ ਨਾ ਜਿਹੜੇ ਸਾਡੇ ਵਿੱਤ ਮੰਤਰੀ ਸਾਹਿਬ ਨੇ ਉਹ ਬੜੇ ਸਾਹਿਤਕ ਸੁਭਾਅ ਦੇ ਨੇ। ਉਹ ਸ਼ੇਅਰ ਜਿਹੜੇ ਦੂਜੇ ਹੁੰਦੇ ਨੇ ਇਕਨੋਮਿਕਸ ਨਾਲ ਜੁੜੇ ਹੋਏ ਫਾਈਨੈਂਸ਼ੀਅਲ ਸ਼ੇਅਰਸ ਹੁੰਦੇ ਉਹਨਾਂ ਦੀ ਨੌਲੇਜ ਘੱਟ, ਤੇ ਆਹ ਜਿਹੜੇ ਸ਼ੇਅਰ ਹੁੰਦੇ ਨੇ ਇਹਨਾਂ 'ਚ ਇੰਟਰਸਟ ਜ਼ਿਆਦਾ ਰੱਖਦੇ ਆ। ਇਸ ਲਈ ਉਹਨਾਂ ਨੂੰ ਸਮਝਾਉਣ ਲਈ ਅਸੀਂ ਜਾਂ ਸਾਰਾ ਜਿਹੜਾ ਬਜਟ ਦਾ ਖੁਲਾਸਾ ਇਸ ਕਵਿਤਾ ਰਾਹੀਂ ਉਹ ਇਕਬਾਲ ਨੂੰ ਸੁਣਦੇ ਆ। ਮੈਨੂੰ ਲੱਗਦਾ ਇਕਬਾਲ ਦੇ ਸ਼ਾਗਿਰਦ ਦੀ ਉਹ ਕਵਿਤਾ ਇਹ ਕਿ ਰਾਵੀ ਵਿੱਚੋਂ ਨਿਕਲੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਇੱਕ ਵਗੇ ਹੀ ਨਾ। ਜਿਹੜੀ ਵਗੇ ਹੀ ਨਾ ਉਹਦੇ ਵਿੱਚ ਨਹਾਵਣ ਤਿੰਨ ਬੰਦੇ, ਦੋ ਡੁੱਬ ਗਏ ਇੱਕ ਲੱਭੇ ਹੀ ਨਾ। ਜਿਹੜਾ ਲੱਭੇ ਹੀ ਨਾ ਉਹਨੇ ਖਰੀਦੀਆਂ ਤਿੰਨ ਗਾਵਾਂ, ਦੋ ਫੰਡਰ ਇੱਕ ਸੂਏ ਹੀ ਨਾ। ਜਿਹੜੀ ਸੂਈ ਨਾ ਉਹਨੇ ਦਿੱਤੇ ਤਿੰਨ ਬੱਚੇ, ਦੋ ਲੰਗੜੇ ਇੱਕ ਉੱਠੇ ਹੀ ਨਾ। ਜਿਹੜਾ ਉੱਠੇ ਹੀ ਨਾ ਉਹਨੂੰ ਖਰੀਦਿਆ 3 ਰੁਪਇਆਂ 'ਚ। 3 ਰੁਪਇਆਂ 'ਚ ਦੋ ਖੋਟੇ ਇੱਕ ਚੱਲੇ ਹੀ ਨਾ। ਜਿਹੜਾ ਚੱਲੇ ਹੀ ਨਾ ਉਹਨੂੰ ਵੇਖਣ ਆਏ ਤਿੰਨ ਬੰਦੇ, ਦੋ ਅੰਨੇ ਇੱਕ ਨੂੰ ਦਿਖੇ ਹੀ ਨਾ। ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ ਕੀਤੇ 5 ਬਜਟ, 4 ਝੂਠੇ 5ਵਾਂ ਲੱਭੇ ਹੀ ਨਾ। ਹੁਣ ਲੱਭਦੇ ਹੀ ਨਹੀਂ। ਦੇਖੋ ਤੁਸੀਂ 1 ਕਰੋੜ ਰੁਪਏ ਨਾਲ, ਅਸੀਂ ਨਹੀਂ ਕਹਿੰਦੇ, ਸਰਦਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਯੂਨੀਵਰਸਿਟੀ ਬਣਾ ਰਿਹਾ ਜੀ, ਉਹਦੇ ਲਈ 1 ਕਰੋੜ ਤਾਂ ਜਾਰੀ ਕਰ ਦਿਓ। 1 ਕਰੋੜ ਨਾਲ ਯੂਨੀਵਰਸਿਟੀ ਬਣਦੀ ਹੁੰਦੀ ਆ? 1 ਕਰੋੜ ਨਾਲ ਤਾਂ 4 ਦੀਵਾਰੀਆਂ ਨਹੀਂ ਹੁੰਦੀਆਂ ਹੈਗੀਆਂ। ਇਹਨਾਂ ਨੂੰ ਪਤਾ ਹੀ ਨਹੀਂ ਯੂਨੀਵਰਸਿਟੀ ਕੀ ਹੁੰਦੀ ਆ। ਸਾਹਿਬ 4 ਕਹਿੰਦੇ ਤੁਸੀਂ ਕਿਹਾ ਜਿਹੜੇ ਬਜਟ ਪੇਸ਼ ਕੀਤੇ ਤੇ 5ਵਾਂ ਜਿਹੜਾ ਆਹ ਬਜਟ ਕੀਤਾ 5 ਵਾਰ ਜਿਹੜਾ ਹੈਗਾ ਉਹ ਕਾਂਗਰਸ ਸਰਕਾਰ ਦੇ ਵਿੱਚ ਬਜਟ ਪੇਸ਼ ਕਰ ਚੁੱਕੇ ਨੇ। ਤੇ ਜੇਕਰ ਗੱਲ ਕਰੀਏ ਤੁਹਾਡੇ ਟੈਨਿਓਰ ਦੇ ਵਿੱਚ 4 ਵਾਰ ਉਦੋਂ ਵੀ ਪੇਸ਼ ਕਰ ਚੁੱਕੇ ਸੀਗੇ, ਤਾਂ ਉਦੋਂ ਵੀ ਕੀ ਕੁਝ ਇਹੋ ਜਿਹਾ ਹੀ ਹੁੰਦਾ ਸੀਗਾ? ਉਦੋਂ ਵੀ ਕੁਝ ਲੱਭਦਾ ਨਹੀਂ ਸੀਗਾ ਕਿ ਉਦੋਂ ਕੁਝ ਲੱਭ ਜਾਂਦਾ ਹੁੰਦਾ ਸੀਗਾ? ਦੇਖੋ, ਮਨਪ੍ਰੀਤ ਸਿੰਘ ਬਾਦਲ ਤਾਂ ਹੁਣ ਆਪ ਹੀ ਦੱਸ ਸਕਦੇ ਵੀ ਉਹਨਾਂ ਦਾ ਕਲੈਸ਼ ਕੀ ਸੀ। ਜੋ ਉਸ ਸਮੇਂ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਸੀ, ਉਹ ਵਿਰੋਧ ਕਰ ਰਹੇ ਸੀ ਮੁਫਤ ਬਿਜਲੀ ਦਾ, ਉਹ ਵਿਰੋਧ ਕਰ ਰਹੇ ਸੀ ਆਟਾ ਦਾਲ ਸਕੀਮ ਦਾ, ਉਹ ਵਿਰੋਧ ਕਰ ਰਹੇ ਸੀਗੇ ਜਿਹੜੀਆਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸਰਕਾਰ ਲੈ ਕੇ ਆ ਰਹੀ ਆ ਉਹਨਾਂ ਦਾ। ਇਹੋ ਮਤਭੇਦ ਦਾ ਇੱਕ ਵੱਡਾ ਜਿਹੜਾ ਹੈਗਾ ਕਾਰਨ ਬਣਿਆ ਸੀਗਾ। ਇਹ ਸੋਚ ਹੁੰਦੀ ਆ, ਆਪਣੇ ਆਪਣਾ ਨਜ਼ਰੀਆ ਹੁੰਦਾ ਸੋਚਣ ਦਾ। ਸੋ ਇਹ ਕਾਰਨ ਕਰਕੇ ਹੁਣ ਇੱਥੇ ਆਏ। ਉਦੋਂ ਵੀ ਇਹ ਖਜ਼ਾਨਾ ਮੰਤਰੀ ਨਹੀਂ, ਇਹ ਖਾਲੀ ਖਜ਼ਾਨਾ ਮੰਤਰੀ ਨੇ। ਮਤਲਬ ਇਹਨਾਂ ਦਾ ਖਜ਼ਾਨਾ ਕਦੇ ਭਰਦਾ ਹੀ ਨਹੀਂ। ਦੇਖੋ, ਇੰਨੀ ਮਹਿੰਗੀ ਬਿਜਲੀ ਲੈ ਕੇ, ਇੰਨਾ ਮਹਿੰਗਾ ਵੈਟ ਲੈ ਕੇ, ਪੀਣ ਵਾਲਾ ਪਾਣੀ ਤੱਕ ਦੇ ਰੇਟ ਵਧਾ ਕੇ ਵੀ ਤੁਸੀਂ ਖਜ਼ਾਨਾ ਨਹੀਂ ਭਰ ਰਿਹਾ, ਫਿਰ ਇਹਦਾ ਮਤਲਬ ਤੁਹਾਡੇ ਮੈਨੇਜਮੈਂਟ 'ਚ ਕਮੀ ਹੈ। ਤੁਹਾਨੂੰ ਹੀ ਕੋਸਦੇ ਨੇ, ਤੁਹਾਡੇ ਉੱਤੇ ਹੀ ਜਿਹੜਾ ਹੈਗਾ ਸਾਰਾ ਇਸ ਦਾ ਭਾਂਡਾ ਭੰਦੇ ਨੇ ਕਿ ਇਹ ਤਾਂ ਅਕਾਲੀ ਦਲ ਦੀ ਦੇਣ ਹੈਗੀ। ਜਿਹੜਾ ਖਜ਼ਾਨਾ ਖਾਲੀ ਹੋਇਆ, ਜਿਹੜੀ ਕਰਜ਼ੇ ਦੀ ਪੰਡ ਚੜੀ ਹੈ, ਉਹ ਸਭ ਅਕਾਲੀ ਦਲ ਦੀ ਦੇਣ ਹੈਗੀ ਆ। ਅੱਜ 5ਵਾਂ ਜਦੋਂ ਬਜਟ ਵੀ ਆ ਚੁੱਕਿਆ ਹੈਗਾ, ਉਦੋਂ ਵੀ ਹਾਲਾਤ ਕੁਝ ਜ਼ਿਆਦਾ ਬਦਲੇ ਨਹੀਂ ਹੈਗੇ। ਤੇ ਜੇਕਰ ਅਸੀਂ ਆંકੜੇ ਦੀ ਵੀ ਗੱਲ ਕਰੀਏ ਚੰਦੂ ਮਾਜਰਾ ਸਾਹਿਬ, ਹੁਣ ਤਾਂ ਇਹ ਹਾਲਾਤ ਹੋ ਜਾਣੇ ਨੇ ਕਿ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਇਹੀ ਸਥਿਤੀ ਰਹੀ ਤਾਂ ਹਰ ਪੰਜਾਬ ਦੇ ਬੰਦੇ ਦੇ ਪਿੱਛੇ 1 ਲੱਖ ਦਾ ਕਰਜ਼ਾ ਹੋਣਾ। ਦੇਖੋ, ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੀ ਸਰਕਾਰ 'ਚ ਖਜ਼ਾਨਾ ਮੰਤਰੀ ਸੀ, ਉਦੋਂ ਵੀ ਇਹ ਕਹਿੰਦੇ ਸੀ ਪਿਛਲੀਆਂ ਸਰਕਾਰਾਂ ਨੇ ਮੈਨੂੰ ਵਿਰਾਸਤ ਵਿੱਚ ਖਾਲੀ ਖਜ਼ਾਨਾ ਦਿੱਤਾ। ਗੱਲ ਤਾਂ ਇਹ ਮੈਨੇਜਮੈਂਟ ਦੀ ਹੁੰਦੀ ਆ। ਹੁਣ ਤੁਸੀਂ ਇੰਨੀ ਮਹਿੰਗੀ ਬਿਜਲੀ ਦੇ ਕੇ, ਜਿਹੜੀ ਬਿਜਲੀ ਪਿਛਲੇ ਅਕਾਲੀ ਸਰਕਾਰਾਂ 'ਚ 5 ਰੁਪਏ ਯੂਨਿਟ ਤੋਂ ਵੀ ਹੇਠਾਂ ਮਿਲਦੀ ਸੀ, ਅੱਜ ਉਹ 10 ਰੁਪਏ ਤੋਂ ਵੀ ਉੱਪਰ ਕਿਉਂ ਟੱਪ ਰਹੀ ਆ? ਜਿੰਨਾ ਵੀ ਤੁਹਾਡੇ ਸਿਰ ਹੀ ਜਾਂਦਾ, ਕਹਿੰਦੇ ਕਿ ਇਹ ਸਮਝੌਤੇ ਵੀ ਤੁਹਾਡੇ ਕੀਤੇ ਹੋਏ ਨੇ। ਜੇ ਸਮਝੌਤਿਆਂ ਦੇ ਵਿੱਚ ਕੋਈ ਨੁਕਸਾ ਤਾਂ ਪਹਿਲਾਂ ਤਾਂ ਲਾਈਨ ਦੱਸਣ ਵੀ ਇਹ ਐਗਰੀਮੈਂਟ ਦੀ ਇਹ ਲਾਈਨ ਕਰਕੇ ਸਾਨੂੰ ਬਿਜਲੀ ਦੇ ਰੇਟ ਵਧਾਉਣੇ ਪੈ ਰਹੇ। ਕਿੱਥੇ ਲਿਖਿਆ ਵਾ ਜੀ ਵੀ 2 ਰੁਪਏ ਦੀ 80 ਪੈਸੇ ਦੀ ਬਿਜਲੀ ਅਸੀਂ 10 ਰੁਪਏ ਨੂੰ ਦੇਵਾਂਗੇ? ਕਿੱਥੇ ਹੈ ਐਗਰੀਮੈਂਟ ਦੀ? ਕਿਹੜੀ ਲਾਈਨ ਆ? ਮੈਂ ਨਹੀਂ ਕਹਿੰਦਾ, ਸ੍ਰੀ ਸੁਨੀਲ ਜਾਖੜ ਜੀ ਕਹਿੰਦੇ ਨੇ ਵੀ ਜਿਹੜੇ ਐਗਰੀਮੈਂਟ ਆ ਵਧਾਉਣੇ ਕਿਉਂ ਪਏ ਰੇਟ। ਜਿਹੜਾ ਵਾਸ਼ਿੰਗ ਕੋਲ ਦੇਣਾ ਸੀਗਾ ਉਹਦੇ ਤੇ ਕੰਪਨੀਆਂ ਦਾ ਪੈਸਾ ਜ਼ਿਆਦਾ ਖਰਚ ਹੋਣਾ ਸੀ। ਉਹਨਾਂ ਨੇ ਸਾਡੇ ਸਮੇਂ ਇੱਕ ਪਟੀਸ਼ਨ ਪਾਤੀ ਵੀ ਅਸੀਂ ਵਾਸ਼ਿੰਗ ਕੋਲ ਦੇ ਨਹੀਂ ਸਕਦੇ। ਉਹ 3 ਥਾਵਾਂ ਤੇ ਹਾਰੇ।
ਸਰਕਾਰ ਬਦਲ ਗਈ, ਚੌਥੀ ਥਾਂ ਤੇ ਉਹ ਗਏ ਜਦੋਂ ਕੋਰਟ ਦੇ ਵਿੱਚ ਤਾਂ ਸਰਕਾਰ ਬਦਲ ਗਈ, ਇਹਨਾਂ ਨੇ ਵਕੀਲ ਬਦਲਤੇ। ਅਸੀਂ ਨਹੀਂ ਕਹਿ ਰਹੇ, ਜਾਖੜ ਸਾਹਿਬ ਕਹਿ ਰਹੇ ਹਾਂ ਵੀ ਜਿਹੜੇ ਐਡਵੋਕੇਟ ਜਨਰਲ ਨੇ ਮਿਸਟਰ ਨੰਦਾ, ਇਹਨਾਂ ਨੇ ਮਿਲੀ ਭੁਗਤ ਕਰਾ ਕੇ ਉਹ ਕੰਪਨੀਆਂ ਨੂੰ ਜਿਹੜਾ ਹੈਗਾ ਉਹ ਕੇਸ ਜਿਤਵਾਤੇ ਤੇ ਸਰਕਾਰ ਨੂੰ ਕੇਸ ਹਰਵਾਤੇ, ਤੇ ਉਹ ਜਿਹੜੇ ਹਾਰਿਆ ਹੋਇਆ ਪੈਸਾ ਹੁਣ ਲੋਕਾਂ ਦੀ ਜੇਬਾਂ 'ਚ ਕੱਢ ਰਹੇ। ਇੱਕ ਸੈਕੰਡ ਚੀਜ਼ ਜਿਹੜੀ ਸਬਸਿਡੀ ਦੇਣੀ ਆ ਖੇਤੀ ਦੇ ਉੱਤੇ, ਤੇ ਜਿਹੜੇ ਗਰੀਬ ਲੋਕਾਂ ਨੂੰ ਸਬਸਿਡੀ ਦੇ ਰਹੇ ਆ ਆਪਾਂ ਐਸਸੀ ਕੈਟਾਗਰੀ ਨੂੰ, ਜਿਹੜੇ 400 ਯੂਨਿਟ ਤੋਂ ਥੱਲੇ, ਉਹ ਸਬਸਿਡੀ ਇਹਨਾਂ ਤੋਂ ਦਿੱਤੀ ਹੋਣੀ ਜਾ ਰਹੀ, ਉਹ ਦੇਣਦਾਰੀਆਂ ਪਈਆਂ 6-7 ਹਜ਼ਾਰ ਕਰੋੜ ਦੀਆਂ। ਉਹ ਫਿਰ ਪੈਸਾ ਕਿੱਥੋਂ ਕੱਢਦੇ ਆ? ਉਹ ਵੀ ਲੋਕਾਂ ਦੇ ਜੇਬਾਂ 'ਚੋਂ ਕੱਢਦੇ ਆ। ਤਾਂ ਬਿਜਲੀ ਦੇ ਰੇਟ ਮਹਿੰਗੇ ਹੋਏ। ਅਸੀਂ ਅੱਜ ਵੀ ਦਾਅਵਾ ਕਰਦੇ ਆ ਵੀ ਇਹੋ ਥਰਮਲ ਪਲਾਂਟ ਨੇ, ਇਹੋ ਪੰਜਾਬ ਆ। ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਜੇ ਸਾਡੀ ਸਰਕਾਰ ਆ ਗਈ, ਜੇ ਅਕਾਲੀ ਦਲ ਦੀ ਸਰਕਾਰ ਆ ਗਈ, ਅਸੀਂ ਬਿਜਲੀ ਦੇ ਰੇਟ ਅੱਧੇ ਕਰ ਦਾਂਗੇ। ਕਿਵੇਂ ਅੱਧੇ ਕਰ ਸਕੋਗੇ? ਕੀ ਹਾਲਾਤ ਤੁਹਾਨੂੰ ਲੱਗਦੇ ਹੈਗੇ ਨੇ ਹੁਣ ਦੇ, ਤੇ ਕੀ ਤੁਸੀਂ ਇਹਨਾਂ ਨੂੰ ਕੋਈ ਸਲਾਹ ਮਸ਼ਵਰਾ ਨਹੀਂ ਦਿੱਤਾ ਕਿ ਤੁਸੀਂ ਐਵੇਂ ਬਿਜਲੀ ਦੇ ਰੇਟ ਅੱਧੇ ਕਰ ਲਓ? ਦੇਖੋ, ਜਦੋਂ ਇਹੋ ਸਵਾਲ ਹੁੰਦਾ ਸੀ ਵੀ ਜਦੋਂ ਲੋਕ ਪੁੱਛਦੇ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਜੀ ਵੀ ਅਸੀਂ 24 ਘੰਟੇ ਬਿਜਲੀ ਦੇਵਾਂਗੇ ਪੰਜਾਬ ਨੂੰ, ਵੀ ਇਹ ਜੀ ਕਿਹੜੀ ਜਾਦੂ ਦੀ ਛੜੀ ਆ ਤੁਹਾਡੇ ਕੋਲੇ ਜਿਹੜੇ ਤੁਸੀਂ ਦੇ ਦੋਗੇ? ਅਸੀਂ ਦਿੱਤੀ, ਤੇ ਉਹ 24 ਘੰਟੇ ਬਿਜਲੀ ਦਾ ਜਿਹੜਾ ਗੱਲ ਆ ਨਾ, ਉਹੀ ਇਹਨਾਂ ਤੇ ਹਜਮ ਨਹੀਂ ਹੋ ਰਹੀ। ਉਹਨੂੰ ਕਾਊਂਟਰ ਕਰਨ ਵਾਸਤੇ ਵੀ ਇਹ ਬਿਜਲੀ ਦਾ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ, ਜਿੱਥੇ ਸਭ ਤੋਂ ਵੱਡੇ ਕੱਟ ਲੱਗਦੇ ਸੀ, ਅੱਜ ਉਹ ਸੂਬਾ ਸਰਪਲਸ ਬਿਜਲੀ ਸਟੇਟ ਬਣ ਗਿਆ। ਇਹ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਇਹਨਾਂ ਦੇ ਕੋਲੇ ਕੋਈ ਜਵਾਬ ਨਹੀਂ ਹੈਗਾ, ਤੇ ਫਿਰ ਇੱਧਰ ਦੀਆਂ ਉੱਧਰ ਦੀਆਂ ਮਾਰ ਕੇ ਮਤਲਬ ਆਪਣਾ ਸਮਾਂ ਲਗਾ ਰਹੇ ਨੇ। ਚਲੋ ਇੱਕ ਗੱਲ ਦੱਸੋ, ਮੈਂ ਪਹਿਲਾਂ ਵੀ ਕਿਹਾ ਵੀ ਬਿਜਲੀ ਦੇ ਤਾਂ ਐਗਰੀਮੈਂਟ ਸੀ, ਆ ਵੱਧ ਵੈਟ ਦਾ ਕੀ ਐਗਰੀਮੈਂਟ ਆ ਜੀ? ਇਹ ਕਿਉਂ ਸਭ ਤੋਂ ਮਹਿੰਗਾ ਦੇ ਰਹੇ ਪੰਜਾਬ 'ਚ? ਆ ਜਿਹੜਾ 200 ਰੁਪਏ ਇੱਕ ਗਰੀਬ ਮੁਲਾਜ਼ਮ ਤੱਕ ਤੋਂ ਮੁਲਾਜ਼ਮਾਂ ਤੇ ਪ੍ਰੋਫੈਸ਼ਨਲ ਟੈਕਸ ਲਾਤੇ ਆ, ਤੁਸੀਂ ਇੱਕ ਗਰੀਬ ਮੁਲਾਜ਼ਮ ਨੂੰ ਵੀ ਨਹੀਂ ਬਖਸ਼ ਰਹੇ। ਉਹਦੇ ਵਿੱਚ ਝਾੜੂ ਮਾਰਨ ਵਾਲੇ ਗਰੀਬ ਮੁਲਾਜ਼ਮ ਨੂੰ, 4th ਕਲਾਸ EMPLOYE ਦੀ ਜੇਬ ਨੂੰ ਵੀ ਨਹੀਂ ਛੱਡ ਰਹੇ, ਉਹਦੇ 'ਚ ਵੀ 200 ਕੱਢ ਰਹੇ ਆ। ਕੀ ਮੰਨਦੇ ਹੈਗੇ ਹੋ ਕਿ ਅੱਜ ਸਦਨ ਦੀ ਕਾਰਵਾਈ ਖਤਮ ਹੋ ਗਈ, ਆਮ ਜਨਤਾ ਨੇ ਇਸ ਦੇ ਵਿੱਚੋਂ ਕੀ ਖੱਟਿਆ, ਕੀ ਮਿਲਿਆ ਉਹਨਾਂ ਨੂੰ ਬਜਟ ਦੇ ਵਿੱਚੋਂ? ਕਿਵੇਂ ਅਕਾਲੀ ਦਲ ਇਸ ਪੂਰੇ ਬਜਟ ਸੈਸ਼ਨ ਨੂੰ ਦੇਖਦਾ ਹੈ, ਜੇਕਰ ਸਮ ਅਪ ਕਰਨਾ ਹੋਵੇ ਕੁਝ ਘੱਟ ਸ਼ਬਦਾਂ ਦੇ ਵਿੱਚ? ਦੇਖੋ, ਮੈਂ ਸਮਝਦਾ ਵੀ ਜਿਹੜਾ ਸੈਸ਼ਨ ਹੋਇਆ ਇਹਦੇ 'ਚ ਵਿਰੋਧੀ ਧਿਰ ਨੂੰ ਪਹਿਲੀ ਗੱਲ ਤਾਂ ਆਪਣਾ ਰੋਲ ਹੀ ਨਹੀਂ ਪਲੇ ਕਰਨ ਦਿੱਤਾ ਗਿਆ। ਜੋ ਮੁੱਦੇ ਚੱਕਣਾ ਚਾਹੁੰਦੇ ਸੀ, ਅਸੀਂ ਕਲੈਰੀਫਿਕੇਸ਼ਨਸ ਮੰਗਦੇ ਸੀ, ਉਹ ਵੀ ਨਹੀਂ ਦਿੱਤੀਆਂ ਗਈਆਂ, ਸਸਪੈਂਡ ਹੀ ਕਰ ਦਿੱਤਾ ਗਿਆ। ਜੇ ਕਲੈਰੀਫਿਕੇਸ਼ਨਸ, ਮੁੱਖ ਮੰਤਰੀ ਆ ਕੋਈ, ਹੁਣ ਰਾਜੇ ਮਾਵਾਂ ਦੀਆਂ ਕੁੱਖ ਚੋਂ ਨਹੀਂ ਪੈਦਾ ਹੁੰਦੇ, ਰਾਜੇ ਵੋਟਾਂ ਦੀਆਂ ਮਸ਼ੀਨਾਂ ਚੋਂ ਨਿਕਲਦੇ ਨੇ, ਪੇਟੀਆਂ ਚੋਂ ਨਿਕਲਦੇ ਨੇ, ਤੇ ਚੁਣੇ ਹੋਏ ਮੁੱਖ ਮੰਤਰੀ ਨੂੰ ਸਵਾਲ ਕਰਨਾ, ਕਲੈਰੀਫਿਕੇਸ਼ਨ ਲੈਣਾ, ਪੁਆਇੰਟ ਆਫ ਆਰਡਰ ਚੱਕਣਾ, ਇਹ ਰੂਲਸ ਐਂਡ ਪ੍ਰੋਸੀਜਰਸ ਜਿਹੜੇ ਵਿਧਾਨ ਸਭਾ ਦੇ ਹੈਗੇ ਨੇ ਉਹਨਾਂ ਦੇ ਅਧੀਨ ਅਸੀਂ ਪੁੱਛ ਰਹੇ ਸੀ, ਸਾਨੂੰ ਬਾਹਰ ਕੱਢਦੇ ਆ। ਸੋ ਗੱਲ ਤਾਂ ਇਹ ਆ ਵੀ ਇਹ ਜਿਹੜਾ ਜਿੰਨਾ ਮੈਂ ਸਮਝਦਾ ਵੀ ਇਹ ਅਜਾਈ ਗਿਆ, ਇਹ ਪੈਸਾ ਵੀ ਅਜਾਈ ਗਿਆ। ਹਾਂ, ਸਰਕਾਰ ਨੇ ਕੋਸ਼ਿਸ਼ ਕੀਤੀ ਹੁਣ ਵਾਟਰਸ ਦੇ ਉੱਤੇ, ਅੰਡਰਗਰਾਉਂਡ ਵਾਟਰ ਨੂੰ ਕਿਵੇਂ ਸਾਂਭਿਆ ਜਾਵੇ, ਉਹਦੇ ਤੇ ਇੱਕ ਕਮੇਟੀ ਬਣਾਤੀ, ਚਰਚਾ ਹੋਈ, ਪਹਿਲਾਂ ਵੀ ਹੁੰਦੀਆਂ ਕਮੇਟੀਆਂ ਬਣਦੀਆਂ, ਰਿਪੋਰਟਾਂ ਆਉਂਦੀਆਂ ਚਲੀਆਂ ਜਾਂਦੀਆਂ। ਹੁਣ ਤੱਕ ਮੈਂ ਹਰ ਸਾਲ ਇੱਕ ਸਵਾਲ ਲਾਇਆ ਵੀ ਰੀਐਲੋਕੇਸ਼ਨ ਕਰੋ ਪਾਣੀ ਦੀ। ਅੱਜ ਨਹਿਰੀ ਪਾਣੀ ਕਿੰਨਾ ਖੇਤਰ ਐਸਾ ਜਿੱਥੇ ਵੱਧ ਗਈ ਜ਼ਰੂਰਤ, ਕਿੰਨਾ ਖੇਤਰ ਐਸਾ ਅਰਬਨਾਈਜੇਸ਼ਨ ਕਰਕੇ ਜਿੱਥੇ ਘਟ ਗਈ ਜ਼ਰੂਰਤ, ਤੁਸੀਂ ਰੀਐਲੋਕੇਟ ਕਰੋ। ਲੈ 4 ਸਾਲਾਂ ਦੇ ਵਿੱਚ ਮੈਂ ਪਟਿਆਲੇ ਜ਼ਿਲ੍ਹੇ ਲਈ ਵਾਧੂ ਪਾਣੀ ਮੰਗ ਰਿਹਾ, 4 ਸਾਲਾਂ ਦਾ, ਹਰ ਸਾਲ ਕੁਐਸਚਨ ਰੈਜ਼ੋਲੂਸ਼ਨ ਲੱਗਦਾ, ਉਹਦੇ ਤੇ ਕੋਈ ਵਿਚਾਰ ਚਰਚਾ ਨਹੀਂ। ਦੂਜੀ ਗੱਲ, ਸਭ ਤੋਂ ਵੱਡੀ ਚੁਣੌਤੀ ਅੱਜ ਪੰਜਾਬ ਲੜ ਰਿਹਾ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਵਾਸਤੇ। ਪੰਜਾਬ ਦੇ ਲੋਕ ਲੜ ਰਹੇ ਨੇ, ਕਿਸਾਨੀ ਜਿਹੜੇ ਕਾਲੇ ਕਾਨੂੰਨ ਬਣਿਆ ਕਿਸਾਨੀ ਦੇ ਸੰਦਰਭ ਵਿੱਚ, ਉਹਨਾਂ ਦੇ ਵਿਰੋਧ ਵਿੱਚ ਬਾਰ-ਬਾਰ ਪੁੱਛਿਆ, ਜਵਾਬ ਦੇਣਾ ਚਾਹੀਦਾ ਸੀ। ਮੈਂ ਆਪਣੇ ਰਾਜਪਾਲ ਦੇ ਭਾਸ਼ਣ ਦੇ ਵਿੱਚ ਵੀ ਬਹਿਸ ਕਰਦਿਆਂ ਪੁੱਛਿਆ ਵੀ ਸਰਕਾਰ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਕਰ ਕੀ ਰਹੀ ਆ, ਸਿਵਾਏ ਭਾਸ਼ਣਾਂ ਤੇ ਅਖਬਾਰੀ ਬਿਆਨਾਂ ਤੋਂ? ਪ੍ਰੈਕਟੀਕਲ ਰੂਪ ਵਿੱਚ ਕੀ ਕਰ ਰਹੇ ਆ ਅਸੀਂ? ਡਾਈਵਰਸੀਫਿਕੇਸ਼ਨ ਦਾ ਮੈਂ ਇੰਨਾ ਵਧੀਆ ਫਾਰਮੂਲਾ ਇਹਨਾਂ ਨੂੰ ਦੱਸਿਆ, ਕੋਈ ਜਵਾਬ ਹੀ ਨਹੀਂ ਹੈਗਾ। ਮੇਰੇ ਖਿਆਲ ਪਤਾ ਹੀ ਨਹੀਂ ਹੋਊਗਾ। ਕੋਰਸ ਗ੍ਰੇਨ ਪ੍ਰੋਕਿਉਰਮੈਂਟ ਸਕੀਮ ਆ ਗਵਰਨਮੈਂਟ ਆਫ ਇੰਡੀਆ ਦੀ, ਤੁਸੀਂ ਮੱਕੀ ਨੂੰ, ਉਹਦੇ 'ਚ ਕੰਡੀਸ਼ਨ ਆ, ਮੱਕੀ ਨੂੰ ਤੁਸੀਂ MSP 'ਚ ਲਓ, ਮੱਕੀ ਨੂੰ PDS ਵਿੱਚ ਲੈਣਾ ਤੁਸੀਂ ਨੇ, ਤੇ ਮੱਕੀ ਨੂੰ PDS ਵਿੱਚ ਲੈ ਕੇ ਜਦੋਂ ਤੁਸੀਂ PDS 'ਚ ਦੋਗੇ, ਕੁਦਰਤੀ ਸਸਤੀ ਜਾਊਗੀ। 1860 ਦੀ ਮੱਕੀ ਆ ਤਾਂ ਸਸਤੀ ਜਾਊਗੀ, ਪਰ ਜਿੰਨੀ ਸਸਤੀ ਜਾਂਦੀ ਜਿੰਨਾ ਘਾਟਾ ਪਊਗਾ। ਡਾਈਵਰਸਿਫਿਕੇਸ਼ਨ ਵਾਸਤੇ ਵੀ ਅਸੀਂ ਪ੍ਰਬੰਧ ਜਿਹੜੇ ਹੈਗੇ ਕਰ ਰਹੇ, ਯੂਨੀਵਰਸਿਟੀਜ਼ ਦੇ ਵਿੱਚ ਜਿਹੜੀ ਹੈਗੀ ਖਾਸ ਤੌਰ ਤੇ ਉਸ ਦੇ ਉੱਤੇ ਰਿਸਰਚ ਹੋਵੇਗੀ। ਇਹੋ ਜਿਹੇ ਬਜਟ ਦੇ ਵਿੱਚ ਅਸੀਂ ਚੀਜ਼ਾਂ ਲੈ ਕੇ ਆਏ ਹੈਗੇ। ਕੁਛ ਵੀ ਨਹੀਂ ਜੀ, ਰਿਸਰਚ ਵਾਸਤੇ ਪੈਸੇ ਹੀ ਨਹੀਂ ਰੱਖਿਆ, ਬਲਕਿ ਰਿਸਰਚ ਲਈ ਪੈਸਾ ਦਾ ਕੀ ਰੱਖਣਾ ਸੀਗਾ। ਰਿਸਰਚ ਤੇ ਵਿੱਤ ਮੰਤਰੀ ਸਾਹਿਬ ਨੇ ਤਰਕ ਦਿੱਤਾ ਵੀ ਇਹ ਜਿਹੜੀ ਰਿਸਰਚ ਆ, ਉਹਨਾਂ ਦੇ ਸ਼ਬਦ ਮੈਂ ਤੁਹਾਨੂੰ ਐਗਜ਼ੈਕਟ ਸ਼ਬਦ ਦੱਸਦਾ, ਯੂ ਟਰਨ ਲੱਤਾ ਉਹਨਾਂ ਨੇ ਇੱਕਦਮ ਹੀ। ਉਹਨਾਂ ਦੇ ਐਗਜ਼ੈਕਟ ਸ਼ਬਦ ਸੀ, ਕਿਉਂਕਿ ਮੇਰੀ ਕੁਐਰੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਕਿ ਐਗਰੀਕਲਚਰ ਵੈਸੇ ਤਾਂ ਸੂਬਿਆਂ ਦਾ ਅਧਿਕਾਰ ਆ, ਪਹਿਲੀ ਲਾਈਨ ਉਹਨਾਂ ਦੀ ਇਹ ਸੀ। ਦੂਜੀ ਲਾਈਨ ਉਹਨਾਂ ਨੇ ਇਹ ਕਹੀ ਵੀ ਕਿਉਂਕਿ ਸੂਬਿਆਂ ਦੇ ਕੋਲੇ ਲਿਮਿਟਿਡ ਰਿਸੋਰਸਿਸ ਨੇ, ਫਾਈਨੈਂਸ ਘੱਟ ਨੇ, ਇਸ ਲਈ ਕੇਂਦਰ ਨੂੰ, ਇਹ ਨਹੀਂ ਕਿ ਪੰਜਾਬ ਦੇ ਦੇਵੇ, ਕੇਂਦਰ ਨੂੰ ਰਿਸਰਚ ਵਰਕ ਆ ਜਿਹੜਾ ਐਗਰੀਕਲਚਰ ਦਾ ਆਪਣੇ ਹੱਥ 'ਚ ਲੈ ਲੈਣਾ ਚਾਹੀਦਾ। ਸਮਝ ਲਓ ਆਪ ਇਨਵਾਈਟ ਕਰ ਰਹੇ ਨੇ ਵੀ ਤੁਸੀਂ ਸਾਡੇ ਐਗਰੀਕਲਚਰ ਸਬਜੈਕਟ ਦੇ ਵਿੱਚ ਇੰਟਰਫੇਰੈਂਸ ਕਰੋ। ਇਹ ਖਜ਼ਾਨਾ ਮੰਤਰੀ ਜੇ ਇਸ ਸੋਚਦਾ ਹੋਊਗਾ, ਹੁਣ ਇਹੋ ਸੋਚ ਆ ਕਿ RDF 3% ਤੋਂ 1% ਹੋ ਗਿਆ। ਸਾਡੀ ਸਟੇਟ ਸੂਬਾ ਇਹ ਫਿਕਸ ਕਰਦਾ ਵੀ ਅਸੀਂ RDF ਕਿੰਨਾ ਲੈਣਾ, ਕਿਉਂਕਿ ਅਸੀਂ ਸੈਲਰ ਆ, ਸੈਲਰ ਨੇ ਦੱਸਣਾ ਵੀ ਮੈਂ ਟੈਕਸ ਕਿੰਨਾ ਲਾਣਾ। ਅਸੀਂ 3% ਲਾਇਆ, ਕੇਂਦਰ ਨੇ ਕਹਿੰਦਾ 1% ਲੱਗੂਗਾ ਜੀ। ਹੁਣ ਤੱਕ ਐਗਰੀਕਲਚਰ ਮਿਨਿਸਟਰ ਨੇ, ਮਾਨਯੋਗ ਮੁੱਖ ਮੰਤਰੀ ਜੀ, ਕਿ ਇੱਕ ਵਾਰੀ ਵੀ
ਉਹ ਇਸ ਮੁੱਦੇ ਦੇ ਉੱਤੇ ਦਿੱਲੀ ਜਾ ਕੇ ਮਿਲੇ, ਕਿਉਂਕਿ ਇਕੱਲਾ ਆਰਡੀਐਫ ਦਾ ਮਸਲਾ ਨਹੀਂ, ਇਹ ਮਸਲਾ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਦਖਲਅੰਦਾਜ਼ੀ ਦਾ। ਪਰ ਸੀਐਮ ਸਾਹਿਬ ਨੇ ਹਜੇ ਤੱਕ ਦਿੱਲੀ ਜਾਣ ਦੀ ਖੇਚਲ ਤੱਕ ਨਹੀਂ ਕੀਤੀ। ਦੇ ਵਿੱਚ ਮੈਂ ਪੁੱਛਣਾ ਚਾਹੂੰਗਾ ਕਿ ਹੁਣ ਕਾਂਗਰਸ ਤਾਂ ਆਪਣੀ ਪਿੱਠ ਜਿਹੜੀ ਹੈਗੀ ਹੈ ਇਹ ਕਹਿ ਕੇ ਥਪਥਪਾਊਗਾ ਕਿ ਅਸੀਂ ਤਾਂ ਐਲਾਨ ਕਰਤੇ ਬਜਟ ਦੇ ਵਿੱਚ ਵੱਡੇ, ਫਿਰ ਉਹ ਭਾਵੇਂ ਸ਼ਗਨ ਸਕੀਮ ਹੋਵੇ, ਵੂਮਨ ਦਾ ਫ੍ਰੀ ਟਰੈਵਲ ਹੋਵੇ, ਰੋਜ਼ਗਾਰ ਦੀ ਗੱਲ ਕਰੀਏ, ਪੈਨਸ਼ਨ ਦੀ ਗੱਲ ਕਰੀਏ, ਇਹਨਾਂ ਦੇ ਵੱਲੋਂ ਇਹ ਸਾਰੇ ਐਲਾਨ ਹੁਣ ਜਿਹੜੇ ਹੈਗੇ ਕੀਤੇ ਗਏ ਨੇ, ਇਸ ਦੀ ਹੀ ਪਿੱਠ ਥਪਥਪਾਉਣੀ ਹੈਗੀ ਹੈ। ਅਕਾਲੀ ਦਲ ਹੁਣ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾਊਗਾ? ਉਹ ਇਸ ਬਜਟ ਨੂੰ ਲੈ ਕੇ ਤੇ ਆਉਣ ਵਾਲੇ ਹੁਣ ਸਾਲ ਦੇ ਵਿੱਚ ਜਿਹੜੀ ਚੋਣਾਂ ਹੋਣੀਆਂ ਉਸ ਨੂੰ ਲੈ ਕੇ ਕੀ ਪ੍ਰਚਾਰ ਕਰੇ? ਦੇਖੋ, ਲੋਕਾਂ ਨੂੰ ਸਭ ਪਤਾ, ਮੈਂ ਜਿਹੜੀ ਗੱਲ ਪਹਿਲਾਂ ਕਹੀ ਆ, ਮਨਪ੍ਰੀਤ ਜੀ ਨੇ ਪੇਸ਼ ਕੀਤੇ 5 ਬਜਟ, 4 ਝੂਠੇ 5 ਮੈਂ ਲੱਭੇ ਹੀ ਨਾ। ਹੁਣ ਤੁਸੀਂ ਦੇਖੋ, ਸ਼ਗਨ ਸਕੀਮ ਆ 51,000 ਕਹਿੰਦੇ ਕਰਤੀ ਜੀ ਅਸੀਂ ਨਾ, 250 ਕਰੋੜ ਰੁਪਇਆ ਰੱਖਿਆ, ਉਹਦੇ ਪੈਂਡੈਂਸੀ ਉਹ 250 ਕਰੋੜ ਤੋਂ ਉੱਪਰ ਦੀ ਪਈ ਹੈ, ਜਿਹੜੀ ਪਿਛਲੇ 1.5 ਸਾਲ ਦੀ ਪਈ ਆ, ਉਹ ਕਿਵੇਂ ਪੂਰੀ ਕਰੋਗੇ 250 ਕਰੋੜ 'ਚ? ਫਿਰ 18,000 ਵਾਰਡ ਤੇ ਪਿੰਡ ਨੇ, ਤੇ ਜੇ ਤੁਸੀਂ 250 ਕਰੋੜ ਰੱਖਿਆ ਤਾਂ 2 ਬੰਦਿਆਂ ਨੂੰ, ਇੱਕ ਪਿੰਡ 'ਚੋਂ 2 ਬੰਦਿਆਂ ਨੂੰ ਵੀ ਨਹੀਂ ਆਉਣਾ, ਜੇ ਸਿਰਫ 2 ਵਿਆਹ ਹੁਣ। ਐਵੇਂ ਹਾਸੋਹੀਣੀਆਂ ਗੱਲਾਂ, ਸਿਰਫ ਅਨਾਉਂਸਮੈਂਟਾਂ ਕੀਤੀਆਂ, ਤਾਂ ਹੀ ਅਸੀਂ ਹੱਸਦਿਆਂ ਨੇ ਕਿਹਾ ਸੀ ਜਦੋਂ ਕਰਨ ਹੀ ਲੱਗੇ ਸੀਗੇ ਜੀ ਅਨਾਉਂਸਮੈਂਟਾਂ, ਆ ਪੈਨਸ਼ਨ ਦੀ 1500 ਦੀ ਕਿਉਂ ਕਰਨੀ ਸੀ, ਵੀ 2500 ਦੀ ਕਰ ਦਿੰਦੇ ਸਿੱਧਾ, ਘੱਟੋ ਘੱਟ ਅਨਾਉਂਸਮੈਂਟਾਂ 'ਚ ਤਾਂ ਨਜ਼ਾਰੇ ਲਿਆ ਦਿੰਦੇ, ਉਹਦੇ ਵਿੱਚ ਵੀ ਨਹੀਂ ਕੁਝ ਚੰਗਾ ਕਰ ਸਕੇ ਨਾ। ਤਾਂ ਚੰਦੂ ਮਾਜਰਾ ਸਾਹਿਬ ਖਾਸ ਤੌਰ ਦੇ ਉੱਤੇ ਗੱਲਬਾਤ ਜਿਹੜੀ ਹੈਗੀ ਹੈ ਕਰਕੇ ਗਏ ਨੇ ਕਿ ਜਿਹੜਾ ਇਹ ਬਜਟ ਪੇਸ਼ ਹੋਇਆ ਹੈ, ਇਹ ਬਜਟ 4 ਤਾਂ ਜਿਹੜਾ ਕੀਤੇ ਹੈ ਪੇਸ਼, ਉਹਦੇ ਵਿੱਚ ਜਿਹੜਾ 5ਵਾਂ ਵੀ ਹੋਇਆ ਇਹਦੇ ਵਿੱਚੋਂ ਵੀ ਕੁਝ ਲੱਭਿਆ ਹੀ ਨਹੀਂ, ਤੇ ਜੇਕਰ ਅਨਾਉਂਸਮੈਂਟਾਂ ਹੀ ਕਰਨੀਆਂ ਸੀ ਫਿਰ ਉਹ ਝੂਠੀਆਂ ਹੀ ਕਰ ਦਿੱਤੀਆਂ ਜਾਂਦੀਆਂ, ਉਹ ਵੀ ਅਨਾਉਂਸਮੈਂਟਾਂ ਲੋਕਾਂ ਨੇ ਫਿਰ ਉਸ ਨੂੰ ਝੂਠ ਹੀ ਮੰਨਣਾ ਸੀ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।